ਕਿ ਜਿਹੜੀ ਪੰਜਾਬ ਦੀ ਆਰਥਿਕਤਾ ਜਾਂ ਪੰਜਾਬ ਦਾ ਜਿਹੜਾ ਸਹੀ ਸਮਾਜਿਕ ਢਾਂਚਾ ਆ ਉਹ ਸਿੱਖ ਰਾਜ ਦੇ ਵਿੱਚ ਉੱਭਰ ਕੇ ਸਾਹਮਣੇ ਆ ਸਕਦਾ। ਜੇ ਬਾਬੇ ਨਾਨਕ ਸਾਹਿਬ ਨੇ ਮੁਸਲਮਾਨ ਭਾਈ ਮਰਦਾਨਾ ਜੀ ਨਾਲ ਰੱਖੇ ਨੇ ਤੇ ਇੱਦਾਂ ਹੀ ਬਹੁਤ ਸਾਰੀਆਂ ਐਗਜ਼ਾਮਪਲ ਸਾਡੇ ਕੋਲ ਇਹੋ ਜਿਹੀਆਂ ਪਈਆਂ ਜਿੱਥੇ ਹਿੰਦੂ ਜਿਹੜੇ ਨੇ ਉਹਨਾਂ ਨੂੰ ਵੀ ਬਰਾਬਰ ਜਿਹੜਾ ਆ ਬਾਲਿਆ ਗਿਆ ਹੈ। ਔਰ ਅਸੀਂ ਕਦੇ ਵੀ ਇਹ ਨਹੀਂ ਕਿਹਾ ਕਿ ਕਿਸਾਨੀ ਸੰਘਰਸ਼ ਦੇ ਵਿੱਚੋਂ ਖਾਲਿਸਤਾਨ ਜਾਂ ਆਜ਼ਾਦ ਪੰਜਾਬ ਨਿਕਲਣਾ ਚਾਹੀਦਾ। ਇਹ ਨਰੋਲ ਕਿਸਾਨਾਂ ਦਾ ਸੰਘਰਸ਼ ਆ। ਦਾਸ ਟੈਲੇ ਨਿਊਜ਼ ਵੈਬ ਟੀਵੀ ਤੁਹਾਡੀ ਮੁਲਾਕਾਤ ਅਲੱਗ-ਅਲੱਗ ਸ਼ਖਸੀਅਤਾਂ ਨਾਲ ਕਰਾਉਂਦਾ ਰਹਿੰਦਾ ਹੈ ਤੇ ਇਸੇ ਕੜੀ ਵਿੱਚ ਅੱਜ ਸਾਡੇ ਨਾਲ ਮੌਜੂਦ ਨੇ ਦਲ ਖਾਲਸਾ ਯੂਥ ਵਿੰਗ ਦੇ ਪ੍ਰੈਜ਼ੀਡੈਂਟ ਪਰਮਜੀਤ ਸਿੰਘ ਮੰਡ। ਹਾਂਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਮੰਡ ਸਾਹਿਬ, ਜੇ ਆਪਾਂ ਗੱਲ ਕਰੀਏ ਦਲ ਖਾਲਸਾ, ਜਦੋਂ ਇਹ ਸ਼ਬਦ ਆਉਂਦਾ ਆ ਇਹ ਕਾਫੀ ਜਨਤਾ ਦਾ ਜਾਂ ਕਾਫੀ ਲੋਕਾਂ ਦਾ ਜਿਹੜਾ ਵਿਚਾਰ ਹੁੰਦਾ ਵੀ ਜਿਹੜਾ ਦਲ ਖਾਲਸਾ ਇੱਕ ਸ਼ਬਦ ਆ ਜਾਂ ਖਾਲਸਾ ਸ਼ਬਦ ਜਿੱਥੇ ਆ ਜਾਂਦਾ, ਉਹਨਾਂ ਦਾ ਵਿਚਾਰ ਇਹ ਹੁੰਦਾ ਵੀ ਇੱਕ ਕਿਸੇ ਖਾਸ ਮਜ਼ਹਬ ਲਈ ਜਾਂ ਖਾਸ ਕਿਸੇ ਕੌਮ ਲਈ ਜਿਹੜਾ ਕੰਮ ਕਰਦੇ ਆ ਇਹ ਜਿਹੜੇ ਸੰਗਠਨ ਆ। ਤੇ ਜਿਹੜਾ ਦਲ ਖਾਲਸਾ ਆ ਦਾ ਜਿਹੜਾ ਕੀ ਏਜੰਡਾ ਆ ਇਹਨੂੰ ਮਾੜਾ ਜਿਹਾ ਕਲੀਅਰ ਕਰੋ। ਦੇਖੋ ਜੀ, ਜਿਹੜਾ ਦਲ ਖਾਲਸਾ ਹੈ ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਆ ਕਿ ਇਹ ਇੱਕ ਆਜ਼ਾਦ ਪੰਜਾਬ ਦੀ ਲੜਾਈ ਜਿਹੜੀ ਉਹ ਲੜਦਾ ਹੈ। ਪਰ ਆਜ਼ਾਦ ਪੰਜਾਬ ਦੀ ਲੜਾਈ ਡਜ਼ ਨਾਟ ਮੀਨ ਕਿ ਇਕੱਲੇ ਸਿੱਖ, ਪੰਜਾਬ ਦੇ ਵਿੱਚ ਹਿੰਦੂ ਵੀ ਰਹਿੰਦਾ, ਮੁਸਲਮਾਨ ਵੀ ਰਹਿੰਦਾ, ਈਸਾਈ ਭਾਈਚਾਰਾ ਵੀ ਰਹਿੰਦਾ, ਅਲੱਗ-ਅਲੱਗ ਧਰਮ ਰਹਿੰਦੇ ਨੇ। ਸੋ ਆਜ਼ਾਦ ਪੰਜਾਬ ਦੀ ਲੜਾਈ ਲੜਨਾ, ਇਹਨੂੰ ਇਹ ਕਹਿ ਕੇ ਪ੍ਰਚਾਰਨਾ ਕਿ ਸਿਰਫ ਸਿੱਖਾਂ ਦੀ ਲੜਾਈ ਹੈ, ਗਲਤ ਆ। ਔਰ ਆਜ਼ਾਦ ਪੰਜਾਬ ਦੇ ਵਿੱਚ ਸਾਰੇ ਜਿਹੜੇ ਬਰਾਬਰਤਾ ਦੇ ਨਾਲ ਰਹਿਣਗੇ, ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਗੀਆਂ। ਔਰ ਜਿਹੜੀ ਜੇ ਅਜੇ ਵੀ ਕਿਸੇ ਨੂੰ ਸ਼ੱਕ ਆ ਬਜਾਏ ਇਸ ਦੇ ਕਿ ਇੰਨਾ ਪ੍ਰਚਾਰ ਹੁਣ ਸੋਸ਼ਲ ਮੀਡੀਆ ਦੇ ਰਾਹੀਂ ਹੋ ਚੁੱਕਾ ਹੈ, ਰਵੀ ਸਿੰਘ ਉਸ ਦੀ ਇੱਕ ਬੈਸਟ ਐਗਜ਼ਾਮਪਲ ਨੇ ਕਿ ਸਿੱਖ ਜਿਹੜੇ ਨੇ ਉਹ ਕਿਸ ਤਰੀਕੇ ਨਾਲ ਕੰਮ ਕਰਦੇ ਨੇ ਇਰਰਿਸਪੈਕਟਿਵ ਆਫ ਦੀ ਰਿਲੀਜਨ, ਕਿ ਉਸ ਦਾ ਧਰਮ ਕਿਹੜਾ, ਮਜ਼ਹਬ ਕਿਹੜਾ, ਜਗ੍ਹਾ ਕਿਹੜੀ, ਰੰਗ ਕਿਹੜਾ, ਜਾਤ ਕਿਹੜਾ, ਉਹ ਸਾਰੀਆਂ ਚੀਜ਼ਾਂ ਨੂੰ ਛੱਡ ਕੇ ਹੁਣ ਈਵਨ ਦਿੱਲੀ ਵੀ ਜੇ ਉੱਥੇ ਸੰਘਰਸ਼ ਲੱਗਾ ਹੈ, ਉੱਥੇ ਜਾ ਕੇ ਤੁਸੀਂ ਵੇਖੋ ਤੇ ਕਿੰਨੀ ਦੁਨੀਆ ਉਹ ਲੰਗਰ ਛਕਦੀ ਹੈ ਜਿਨ੍ਹਾਂ ਦਾ ਦੂਰ ਦੂਰ ਤੱਕ ਕਿਸਾਨ ਸੰਘਰਸ਼ ਦੇ ਨਾਲ ਕੋਈ ਲੈਣ ਦੇਣ ਨਹੀਂ ਗਾ, ਪਰ ਉਹਨਾਂ ਨੂੰ ਕਦੀ ਵੀ ਉੱਥੋਂ ਮਨਾ ਨਹੀਂ ਕੀਤਾ ਜਾਂਦਾ। ਸੋ ਸਿੱਖ ਦੀ ਇੱਕ ਸੋਸ਼ਲ ਲਾਈਫ ਕੀ ਆ, ਇਹ ਹੁਣ ਜੇ ਕਿਸੇ ਨੂੰ ਅਜੇ ਵੀ ਭੁਲੇਖਾ ਤਾਂ ਮੈਨੂੰ ਲੱਗਦਾ ਕਿ ਉਹ ਆਪਣੇ ਆਪ ਦੀ ਗਲਤਫਹਿਮੀ ਦੇ ਵਿੱਚ ਰਹਿ ਰਿਹਾ, ਉਸ ਨੂੰ ਦੂਰ ਕਰਨੀ ਚਾਹੀਦੀ ਆ। ਔਰ ਆਜ਼ਾਦ ਪੰਜਾਬ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਉਸ ਦਾ ਮਤਲਬ ਇਹ ਨਹੀਂਗਾ ਕਿ ਇਸ ਦੇ ਵਿੱਚ ਹਿੰਦੂ ਸਾਰੇ ਬਾਹਰ ਕੱਢ ਦਿੱਤੇ ਜਾਣਗੇ, ਇਹ ਇੱਥੇ ਹੀ ਰਹਿਣਗੇ। ਔਰ ਇਸ ਦੀ ਬੈਸਟ ਐਗਜ਼ਾਮਪਲ ਸਾਡੇ ਕੋਲ ਸਾਡੇ ਗੁਰੂ ਕਾਲ ਦੀ ਪਈ ਆ। ਜੇ ਬਾਬੇ ਨਾਨਕ ਸਾਹਿਬ ਨੇ ਮੁਸਲਮਾਨ ਭਾਈ ਮਰਦਾਨਾ ਜੀ ਨਾਲ ਰੱਖੇ ਨੇ ਤੇ ਇੱਦਾਂ ਹੀ ਬਹੁਤ ਸਾਰੀਆਂ ਐਗਜ਼ਾਮਪਲ ਸਾਡੇ ਕੋਲ ਇਹੋ ਜਿਹੀਆਂ ਪਈਆਂ ਜਿੱਥੇ ਹਿੰਦੂ ਜਿਹੜੇ ਨੇ ਉਹਨਾਂ ਨੂੰ ਵੀ ਬਰਾਬਰ ਜਿਹੜਾ ਆ ਬਾਲਿਆ ਗਿਆ ਹੈ। ਔਰ ਗੁਰੂ ਗ੍ਰੰਥ ਸਾਹਿਬ ਇਸ ਦੀ ਬੈਸਟ ਐਗਜ਼ਾਮਪਲ ਨੇ, ਜਿੱਥੇ ਮੁਸਲਮਾਨ ਭਗਤ ਸਾਹਿਬਾਨ ਨੇ ਉੱਥੇ ਬਹੁਤ ਸਾਰੇ ਹਿੰਦੂ ਵੀ ਭਗਤ ਸਾਹਿਬਾਨਾਂ ਨੂੰ ਜਿਹੜੀ ਬਰਾਬਰ ਜਗ੍ਹਾ ਦਿੱਤੀ ਔਰ ਅਸੀਂ ਉਹਨਾਂ ਦੀ ਵਿਚਾਰਧਾਰਾ ਨੂੰ ਸਿਰ ਝੁਕਾਉਂਦੇ ਹਾਂ, ਪਰ ਉਹ ਇੱਕ ਅਕਾਲ ਪੁਰਖ ਦੇ ਪੁਜਾਰੀ ਨੇ। ਸੋ ਉਹ ਚੀਜ਼ ਜਿਹੜੀ ਆ ਉਸ ਨੂੰ ਇਹ ਸਾਰਾ ਜਿਹੜਾ ਇੱਕ ਡਾਇਵਰਸਿਟੀ ਆ ਉਹਨੂੰ ਇਕੱਠੇ ਕਰਨ ਦਾ ਜਿਹੜਾ ਸੰਕਲਪ ਆ ਉਹ ਸਿੱਖ ਧਰਮ ਦੇ ਵਿੱਚ ਪਿਆ ਹੋਇਆ। ਔਰ ਇਸ ਨੂੰ ਇਹ ਕਹਿਣਾ ਕਿ ਇੱਕ ਪਰਟੀਕੂਲਰ ਪੱਗ ਵਾਲੇ ਨੂੰ ਜਾਂ ਦਾੜੀ ਵਾਲੇ ਨੂੰ ਜਾਂ ਅੰਮ੍ਰਿਤਧਾਰੀ ਨੂੰ ਹੀ ਪੰਜਾਬ ਦੇ ਵਿੱਚ ਜਗ੍ਹਾ ਦਿੱਤੀ ਜਾਵੇਗੀ, ਇਹ ਬਿਲਕੁਲ ਝੂਠ ਆ, ਗਲਤ ਪ੍ਰਚਾਰਿਆ ਜਾਂਦਾ ਆ। ਔਰ ਸਾਰਿਆਂ ਨੂੰ ਜਿਹੜਾ ਬਰਾਬਰ ਰੱਖਿਆ ਜਾਵੇਗਾ। ਇੱਕ ਐਗਜ਼ਾਮਪਲ ਮੈਂ ਤੁਹਾਨੂੰ ਭਾਈ ਮਰਦਾਨਾ ਜੀ ਦੱਸੀ। ਦੂਜੇ ਪਾਸੇ ਤੁਸੀਂ ਵੇਖੋ, ਜੇ ਗੁਰੂ ਨਾਨਕ ਪਾਤਸ਼ਾਹ ਜਨੇਊ ਪਾਉਣ ਤੋਂ ਮਨਾ ਕਰਦੇ ਨੇ ਤੇ ਗੁਰੂ ਤੇਗ ਬਹਾਦਰ ਜਨੇਊ ਵਾਸਤੇ ਸ਼ਹਾਦਤ ਵੀ ਦਿੰਦੇ ਨੇ। ਸੋ ਮਤਲਬ ਦੂਜੇ ਦੀ ਅਸੀਂ ਬਰਾਬਰ ਇੱਜ਼ਤ ਵੀ ਕਰਦੇ ਹਾਂ। ਇਹ ਨਹੀਂ ਹੈ ਕਿ ਤੁਸੀਂ ਜੇ ਕਿਸੇ ਹੋਰ ਆਈਡੀਓਲੋਜੀ ਨੂੰ ਮੰਨਦੇ ਹੋ, ਕਿਸੇ ਹੋਰ ਧਰਮ ਨੂੰ ਮੰਨਦੇ ਹੋ ਤੇ ਮੈਂ ਜਾ ਕੇ ਤੁਹਾਡੇ ਬੁੱਤ ਢਾਉਣ ਲੱਗ ਪਾਵਾਂ, ਇੱਦਾਂ ਦੀ ਕਿਤੇ ਵੀ ਸਿੱਖ ਧਰਮ ਦੇ ਵਿੱਚ ਜਿਹੜੀ ਆ ਉਹ ਜਗ੍ਹਾ ਨਹੀਂ ਗਈ ਹੈਗੀ। ਸੋ ਸਾਰੇ ਬਰਾਬਰ ਰਹਿਣਗੇ। ਸੋ ਉਸੇ ਤਹਿਤ ਦਲ ਖਾਲਸਾ ਕੰਮ ਕਰਦਾ ਹੈ ਕਿ ਪੰਜਾਬ ਜਿਹੜਾ ਆਜ਼ਾਦ ਹੋਣਾ ਚਾਹੀਦਾ, ਕਿਉਂਕਿ ਉਹਨਾਂ ਨੂੰ ਇਹ ਲੱਗਦਾ ਹੈ ਕਿ ਜਾਂ ਸਾਡਾ ਇਹ ਮੰਨਣਾ ਆ ਕਿ ਜਿਹੜੇ ਪੰਜਾਬ ਦੀ ਆਰਥਿਕਤਾ ਜਾਂ ਪੰਜਾਬ ਦਾ ਜਿਹੜਾ ਸਹੀ ਸਮਾਜਿਕ ਢਾਂਚਾ ਆ ਉਹ ਸਿੱਖ ਰਾਜ ਦੇ ਵਿੱਚ ਉੱਭਰ ਕੇ ਸਾਹਮਣੇ ਆ ਸਕਦਾ। ਇਸ ਦੀ ਬੈਸਟ ਐਗਜ਼ਾਮਪਲ ਸਾਡੇ ਕੋਲ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਪਿਆ ਹੋਇਆ ਹੈ, ਜਿੱਥੇ ਸਾਰਿਆਂ ਨੂੰ ਬਰਾਬਰ ਰੱਖਿਆ ਗਿਆ ਸੀ। ਔਰ ਮੌਜੂਦਾ ਪੰਜਾਬ ਜਿਹੜਾ ਇੰਡੀਆ ਦੇ ਹੈਜਮੋਨੀ ਦੇ ਅੰਡਰ ਚੱਲਦਾ ਪਿਆ, ਤੁਸੀਂ ਉਸ ਦਾ ਹਾਲਾਤ ਵੇਖੋ, ਇਸ ਦੇ ਕੀ ਹਾਲਾਤ ਬਣਦੇ ਜਾਂਦੇ ਨੇ, ਬੰਦੇ ਆਪਣੇ ਕਰੈਕਟਰ ਤੋਂ ਡਿੱਗਦੇ ਜਾ ਰਹੇ ਨੇ ਔਰ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਗਲਤ ਹੁੰਦੀਆਂ ਜਾ ਰਹੀਆਂ ਨੇ। ਪਰ ਜੇਕਰ ਤੁਸੀਂ ਉਹ ਪੰਜਾਬ ਵੇਖੋ ਜਿਹੜਾ ਸਿੱਖ ਰਾਜ ਵਾਲਾ ਪੰਜਾਬ ਸੀ, ਉਸ ਦੇ ਵਿੱਚ ਸਾਰਿਆਂ ਨੂੰ ਬਰਾਬਰ ਦੀ ਇੱਜ਼ਤ ਵੀ ਔਰ ਜਿਹੜਾ ਸਮਾਜਿਕ ਪੂਰਾ ਜਿਸ ਤਰੀਕੇ ਨਾਲ ਰਹਿਣਾ ਚਾਹੀਦਾ ਹੈ ਭਾਈਵਾਲਤਾ ਨਾਲ ਉਵੇਂ ਰਹਿੰਦਾ ਸੀ, ਉਹ ਉਸ ਚੀਜ਼ ਨੂੰ ਅਸੀਂ ਜਿਹੜਾ ਸਿਰਜਣਾ ਚਾਹੁੰਦੇ। ਬਿਲਕੁਲ ਗੱਲ ਸਹੀ ਹੈ ਜੀ। ਤੇ ਜਿਹੜਾ ਕਿਸਾਨੀ ਸੰਘਰਸ਼ ਦੀ ਜੇ ਅਸੀਂ ਗੱਲ ਕਰੀਏ, ਇਹ ਵੀ ਕਿਸੇ ਇੱਕ ਧਰਮ ਦਾ ਜਾਂ ਇੱਕ ਜਾਤ ਦਾ ਸੰਘਰਸ਼ ਨਹੀਂ ਹੈ, ਨਾ ਇਹ ਕਿਸੇ ਇੱਕ ਏਰੀਏ ਦਾ ਹੈ। ਤੇ ਜਿਹੜਾ ਕਿਸਾਨੀ ਸੰਘਰਸ਼ ਜਿਹੜਾ ਸ਼ੁਰੂ ਤੋਂ 6 ਮਹੀਨੇ ਤੋਂ ਹੁਣ ਤੱਕ ਚੱਲ ਰਿਹਾ, ਇਹਦੇ ਬਾਰੇ ਦਲ ਖਾਲਸਾ ਦਾ ਕੀ ਸਟੈਂਡ ਆ? ਦੇਖੋ, ਪਹਿਲੇ ਦਿਨ ਤੋਂ ਜਿੱਦਣ ਪੂਰੀ ਗਰਮੀ ਦੇ ਵਿੱਚ ਤਪਦੀਆਂ ਸੜਕਾਂ ਦੇ ਉੱਤੇ ਬੈਠੇ ਸੀ, ਸਾਨੂੰ ਅੱਜ ਵੀ ਯਾਦ ਹਨ, ਬਿਆਸ ਦੇ ਉੱਤੇ ਪਹਿਲੇ ਦਿਨ ਧਰਨਾ ਲੱਗਾ ਰਿਹਾ ਔਰ ਅਸੀਂ ਉਸ ਦੇ ਸ਼ਮੂਲੀਅਤ ਕੀਤੀ ਸੀ। ਔਰ ਉਦੋਂ ਤੋਂ ਲੈ ਕੇ ਉਦੋਂ ਤੱਕ ਅਸੀਂ ਕਦੇ ਵੀ ਇਹ ਨਹੀਂ ਕਿਹਾ ਕਿ ਕਿਸਾਨੀ ਸੰਘਰਸ਼ ਦੇ ਵਿੱਚੋਂ ਖਾਲਿਸਤਾਨ ਜਾਂ ਆਜ਼ਾਦ ਪੰਜਾਬ ਨਿਕਲਣਾ ਚਾਹੀਦਾ। ਇਹ ਨਰੋਲ ਕਿਸਾਨਾਂ ਦਾ ਸੰਘਰਸ਼ ਆ, ਪਰ ਇਸ ਦਾ ਮਤਲਬ ਇਹ ਵੀ ਕਿਤੇ ਨਹੀਂ ਗਾ ਹੈਗਾ ਕਿ ਕਿਸਾਨ ਜਿਹੜੇ ਨੇ ਉਹ ਇੱਕ ਖਾਲਿਸਤਾਨੀ ਨਹੀਂ ਹੋ ਸਕਦਾ। ਇੱਕ ਖਾਲਿਸਤਾਨੀ ਦਾ ਉਸ ਸੰਘਰਸ਼ ਦੇ ਵਿੱਚ ਜਾਣਾ ਇਹ ਕਦੀ ਵੀ ਇਹ ਨਹੀਂ ਬਣਾ ਦਿੰਦਾ ਕਿ ਉਹ ਸੰਘਰਸ਼ ਖਾਲਿਸਤਾਨ ਦੇ ਲਈ ਹੋ ਗਿਆ। ਇਹ ਸੰਘਰਸ਼ ਕਿਸਾਨੀ ਦੇ ਲਈ ਲੜਿਆ ਜਾ ਰਿਹਾ ਹੈ। ਔਰ ਕਿਸਾਨ ਜਿਹੜਾ ਆ ਉਹ ਇੱਕ ਖਾਲਿਸਤਾਨੀ ਵਿਚਾਰਧਾਰਾ ਦਾ ਵੀ ਹੋ ਸਕਦਾ, ਉਹ ਨਕਸਲਾਈਟ ਵੀ ਹੋ ਸਕਦਾ, ਉਹ ਮਤਲਬ ਇੱਕ ਹਿੰਦੂ ਪਰਿਵਾਰ ਨਾਲ ਵੀ ਹੋ ਸਕਦਾ, ਉਹ ਮੁਸਲਮਾਨ ਵੀ ਹੋ ਸਕਦਾ, ਕੋਈ ਵੀ ਹੋ ਸਕਦਾ ਹੈ। ਇਹ ਤਾਂ ਨਹੀਂ ਨਾ ਲਿਖਿਆ ਕਿ ਜਿਹੜਾ ਕਿਸਾਨ ਆ ਉਹ ਕੋਈ ਮਤਲਬ ਦੂਸਰੀ ਆਪਣੀ ਵਿਚਾਰਧਾਰਾ ਨਹੀਂ ਰੱਖ ਸਕਦਾ। ਸੋ ਸਟੇਟ ਵੱਲੋਂ ਗਲਤ ਪ੍ਰਚਾਰਿਆ ਗਿਆ ਕਿ ਇਹ ਇੱਕ ਖਾਲਿਸਤਾਨ ਦੇ ਲਈ ਲੜਿਆ ਜਾ ਰਿਹਾ ਸੰਘਰਸ਼ ਹੈ, ਜਿਸ ਨੂੰ ਅਸੀਂ ਪਹਿਲੇ ਦਿਨ ਤੋਂ ਦਲ ਖਾਲਸਾ ਵੀ ਨਕਾਰਦਾ ਹੈ, ਕਿਉਂਕਿ ਇਹ ਸੰਘਰਸ਼ ਕਿਸਾਨ ਦਾ ਸੰਘਰਸ਼ ਆ।
ਸੋ ਕਿਸਾਨੀ ਸੰਘਰਸ਼ ਦੇ ਵਿੱਚ ਕੋਈ ਵੀ ਆ ਸਕਦਾ ਹੈ। ਸੋ ਉਹਦੇ ਵਿੱਚ ਅਸੀਂ ਆਪਣਾ ਬਣਦਾ ਰੋਲ ਹਰ ਵਾਰ ਜਿਹੜਾ ਹੈ ਉਹ ਅਦਾ ਕਰਦੇ ਆਏ ਹਾਂ ਔਰ ਕਰਦੇ ਰਹਾਂਗੇ। ਬਿਲਕੁਲ, ਇਹ ਜਿਹੜਾ ਹਰ ਧਰਮ ਦਾ ਇੱਕ ਸੰਘਰਸ਼ ਆ, ਹਰੇਕ ਜਾਤ ਦਾ ਸੰਘਰਸ਼ ਆ, ਹਰੇਕ ਆਪਣੇ ਵਰਗ ਦਾ ਸੰਘਰਸ਼ ਆ ਇੱਕ, ਪਰ ਬਾਰ-ਬਾਰ ਉਹਨੂੰ ਇੱਕ ਕੌਮ ਨਾਲ ਜੋੜ ਕੇ ਜਾਂ ਖਾਲਿਸਤਾਨ ਦੇ ਨਾਂ ਤੇ ਜੋੜ ਕੇ ਇਹ ਕੀ ਸਰਕਾਰ ਦੀ ਜਾਂ ਸਰਕਾਰੀ ਨੁਮਾਇੰਦੇ ਦੀ ਬੁਖਲਾਹਟ ਹੋ ਸਕਦੀ ਹੈ ਜਾਂ ਕੀ ਇਹਨੂੰ ਕਹਿ ਸਕਦੇ ਆਪਾਂ? ਬਿਲਕੁਲ, ਤੁਸੀਂ ਕੋਈ ਵੇਖੋ, ਹਰ ਚੀਜ਼ ਸਰਕਾਰ ਦਾ ਪੈਂਤੜਾ ਹੁੰਦਾ ਕਿ ਉਸ ਨੂੰ ਜਿੰਨਾ ਘਟਾਇਆ ਜਾ ਸਕੇ ਘਟਾਇਆ ਜਾਵੇ, ਔਰ ਉਸੇ ਤਹਿਤ ਹੀ ਇਹਨਾਂ ਨੇ ਪੈਂਤੜਾ ਖੇਡਿਆ। ਪਹਿਲਾਂ ਇਹ ਕਿਹਾ ਜਦੋਂ ਸੁਖਬੀਰ ਬਾਦਲ ਹੋਣੀ ਹੁੰਦੇ ਸੀਗੇ ਸਰਕਾਰ ਦੇ ਵਿੱਚ, ਉਦੋਂ ਜੇ ਕਿਸਾਨਾਂ ਨੇ ਸੰਘਰਸ਼ ਲੜਨਾ ਤਾਂ ਕਹਿ ਦੇਣਾ ਜੀ ਇਹ ਤਾਂ ਸਾਰੇ ਕਾਮਰੇਡ ਹੀ ਨੇ, ਇਹਦੇ ਵਿੱਚ ਸਿੱਖਿਆ ਨਹੀਂ, ਇਹ ਤਾਂ ਸਾਰੇ ਮਾਓਇਸਟ ਨੇ। ਜੇ ਹੁਣ ਗਏ ਆ ਉਹਦੇ ਵਿੱਚ ਜੇ ਸਿੱਖ ਚਿਹਰੇ ਸਾਹਮਣੇ ਆਏ, ਸਿੱਖਾਂ ਦੀ ਸੇਵਾ ਸਾਹਮਣੇ ਆਈ, ਤਾਂ ਕੇਂਦਰ ਸਰਕਾਰ ਨੇ ਕਹਿਣਾ ਕਰਤਾ ਇਹ ਤਾਂ ਖਾਲਿਸਤਾਨੀ ਨੇ। ਸੋ ਮਤਲਬ ਹਰ ਸਰਕਾਰ ਦਾ ਆਪੋ ਆਪਣਾ ਰਵੱਈਆ ਹੁੰਦਾ ਆ, ਉਹਨੇ ਇਹ ਕੋਸ਼ਿਸ਼ ਕਰਨੀ ਹੁੰਦੀ ਹੈ ਕਿ ਉਸ ਦੇ ਖਿਲਾਫ ਹੋ ਰਹੇ ਸੰਘਰਸ਼ ਨੂੰ ਘੱਟ ਤੋਂ ਘੱਟ ਕੀਤਾ ਜਾਵੇ। ਸੋ ਉਸੇ ਤਹਿਤ ਹੀ ਉਹਨਾਂ ਨੇ ਇਹ ਵੀ ਇੱਕ ਪੈਂਤੜਾ ਖੇਡਿਆ ਸੀ ਕਿ ਇਹਨੂੰ ਖਾਲਿਸਤਾਨ ਦੀ ਰੰਗਤ ਦਿੱਤੀ ਜਾਵੇ, ਔਰ ਦੁਨੀਆ ਨੇ ਵੀ ਇਸ ਗੱਲ ਨੂੰ ਮੰਨਿਆ ਹੈ ਕਿ ਜਿਸ ਸੰਜਮ ਦੇ ਨਾਲ ਇਸ ਸਾਰੀ ਮੂਵਮੈਂਟ ਦੇ ਵਿੱਚ ਖਾਲਿਸਤਾਨ ਦੀ ਹਮਾਇਤ ਰੱਖਣ ਵਾਲਿਆਂ ਨੇ ਕਿਸਾਨਾਂ ਦੀ ਹਮਾਇਤ ਕੀਤੀ ਆ, ਬਜਾਏ ਇਸ ਦੇ ਕਿ ਆਪਣਾ ਏਜੰਡਾ ਪਰੇ ਕਰਕੇ, ਉਹ ਵੀ ਕਾਬਿਲੇ ਤਾਰੀਫ ਆ। ਔਰ ਇਸ ਦੇ ਵਿੱਚ ਦਿਖਦਾ ਪਿਆ ਆ, ਬਹੁਤ ਸਾਰੀਆਂ ਸੰਸਥਾਵਾਂ ਨੇ ਕੋਸ਼ਿਸ਼ ਕੀਤੀ ਹੈ ਇਹਨੂੰ ਰੰਗਤ ਦੇਣ ਦੀ ਅਲੱਗ-ਅਲੱਗ ਕਿ ਇਹ ਖਾਲਿਸਤਾਨੀ ਹੈ ਜਾਂ ਕੁਝ ਹੋ ਰਿਹਾ, ਪਰ ਉਸ ਨੂੰ ਵਾਰ-ਵਾਰ ਨਕਾਰਿਆ ਗਿਆ ਆ। ਪਰ ਨਕਾਰਨ ਦਾ ਮਤਲਬ ਇਹ ਨਹੀਂ ਗਾ ਕਿ ਕੋਈ ਵੀ ਬੰਦਾ ਉਸ ਦੇ ਵਿੱਚ ਖਾਲਿਸਤਾਨੀ ਹੈ ਨਹੀਂ, ਇਹ ਵੀ ਗੱਲ ਗਲਤ ਹੈ। ਜੇ ਕੋਈ ਇਹ ਕਵੇ ਕਿ ਜਿੰਨੇ ਉੱਥੇ ਬੈਠੇ ਉਹਨਾਂ ਦੇ ਵਿੱਚ ਕੋਈ ਖਾਲਿਸਤਾਨੀ ਹੀ ਨਹੀਂ, ਇਹ ਵੀ ਗਲਤ ਆ। ਪਰ ਜੇ ਕੋਈ ਇਹ ਕਵੇ ਕਿ ਉਹ ਉੱਥੇ ਖਾਲਿਸਤਾਨ ਲੈਣ ਗਏ ਨੇ, ਇਹ ਵੀ ਗਲਤ ਹੈ। ਇਹ ਇੱਕ ਕਿਸਾਨ ਦੀ ਲੜਾਈ ਹੈ, ਨਾ ਬਿੱਲਾਂ ਨੂੰ ਰੱਦ ਕਰਾਉਣ ਦੀ ਲੜਾਈ ਹੈ, ਔਰ ਉੱਥੇ ਤੱਕ ਹੀ ਰੱਖਣੀ ਚਾਹੀਦੀ। ਦੀਪ ਸਿੱਧੂ ਜਾਂ ਲੱਖੇ ਸਿਧਾਣੇ ਦੀ ਗੱਲ ਕਰੀਏ ਤਾਂ ਇਹਦਾ ਕੋਈ ਲਿੰਕ ਖਾਲਿਸਤਾਨ ਨਾਲ ਹੋਵੇ ਜਾਂ ਦਲ ਖਾਲਸਾ ਨਾਲ ਕੋਈ ਲਿੰਕ ਹੋਵੇ, ਇਹ ਵੀ ਗੱਲਾਂ ਵਿੱਚ ਉੱਠਦੀਆਂ ਰਹੀਆਂ, ਜਾਂ ਇਹ ਸਰਕਾਰ ਦੇ ਹੀ ਨੁਮਾਇੰਦੇ ਨੇ? ਨਹੀਂ, ਇਹਦੇ ਬਾਰੇ ਤਾਂ ਵੇਖੋ, ਇਹ ਦੋਵੇਂ ਸ਼ਖਸੀਅਤਾਂ ਆਪ ਕਲੀਅਰ ਕਰ ਸਕਦੇ ਨੇ। ਮੈਂ ਕਿਸੇ ਦੇ ਬਾਰੇ ਕੁਝ ਨਹੀਂ ਕਹਿ ਸਕਦਾ ਕਿ ਦੀਪ ਸਿੱਧੂ ਜਾਂ ਲੱਖਾ ਸਿਧਾਣਾ ਜਿਹੜੇ ਆ ਉਹ ਸਰਕਾਰ ਦੇ ਬੰਦੇ ਨੇ। ਦੀਪ ਸਿੱਧੂ ਦਾ ਇੱਕ ਬੜਾ ਛੋਟਾ ਜਿਹਾ ਟਾਈਮ ਇੰਟਰਵਲ ਆ, ਉਹ ਹੁਣ ਹੀ ਆ ਕੇ ਐਕਟਿਵ ਹੋਇਆ ਸਿੱਧੇ ਸੋਸ਼ਲ ਮੀਡੀਆ ਦੇ ਉੱਤੇ, ਕੋਈ ਉਹਨਾਂ ਦਾ ਗਰਾਊਂਡ ਦੇ ਉੱਤੇ ਬਹੁਤਾ ਜ਼ਿਆਦਾ ਕੰਮ ਹੈ ਨਹੀਂ ਸੀ। ਹਾਂ, ਲੱਖੇ ਸਿਧਾਣੇ ਨੂੰ ਅਸੀਂ ਪਿਛਲੇ 6 ਸਾਲ ਤੋਂ ਜਾਣਦੇ ਹਾਂ, ਔਰ ਉਹਨੇ ਗਰਾਊਂਡ ਦੇ ਉੱਤੇ ਕੰਮ ਕੀਤਾ ਹੈ ਆਪਣੇ ਏਰੀਆ ਦੇ ਵਿੱਚ। ਔਰ ਸਾਡੀ ਪਾਰਟੀ ਦੇ ਜਿਹੜੇ ਸੀਨੀਅਰ ਮੀਤ ਪ੍ਰਧਾਨ ਨੇ ਬਾਬਾ ਹਰਦੀਪ ਸਿੰਘ ਮਹਿਰਾਜ, ਉਹ ਕਾਫੀ ਉਹਨਾਂ ਨਾਲ ਨੇੜਤਾ। ਜੇ ਇਹ ਮੈਂ ਕਹਿਣਾ ਹੋਵੇ ਕਿ ਉਹਨਾਂ ਨੇ ਪਹਿਲੀ ਵਾਰੀ ਜਾ ਕੇ ਉਹਨੂੰ ਘਰ ਕਿਹਾ ਸੀ ਕਿ ਤੂੰ ਆਪਣੇ ਗਲਤ ਕੰਮ ਛੱਡ ਤੇ ਆਪਾਂ ਸਮਾਜ ਦੇ ਲਈ ਕੁਝ ਕਰਨਾ ਸ਼ੁਰੂ ਕਰੀਏ। ਸੋ ਪਾਰਟੀ ਪੱਧਰ ਦੇ ਉੱਤੇ ਉਹਨਾਂ ਨਾਲ ਰਿਲੇਸ਼ਨ ਹੋਣੇ ਇੱਕ ਵੱਖਰੀ ਗੱਲ ਆ, ਪਰ ਉਹਨਾਂ ਦੀ ਸੋਚ ਕੀ ਆ, ਉਹ ਸਮਾਜ ਦੇ ਲਈ ਕੰਮ ਕਰਨਾ ਚਾਹੁੰਦੇ ਨੇ, ਖਾਲਿਸਤਾਨੀ ਹੈ ਨੇ ਨਹੀਂ ਹੈ ਨੇ, ਸਰਕਾਰ ਦੇ ਨਾਲ ਉਹਨਾਂ ਦੇ ਕੀ ਰਿਲੇਸ਼ਨ ਨੇ, ਇਹ ਤਾਂ ਉਹੀ ਬੈਟਰ ਕਲੀਅਰ ਕਰ ਸਕਦਾ। ਮੈਂ ਉਸ ਦੇ ਬਾਰੇ ਕੋਈ ਵੀ ਟਿੱਪਣੀ ਜਿਹੜੀ ਉਹ ਨਹੀਂ ਕਰ ਸਕਦਾ। ਇਹ ਮਾਨ ਸਾਹਿਬ, ਜੇ ਅੱਜ ਦੀ ਜਿਹੜੀ ਰਾਜਨੀਤੀ ਹੈ ਇਹਦੇ ਬਾਰੇ ਆਪਾਂ ਗੱਲ ਕਰੀਏ ਤਾਂ ਕੀ ਕਹੋਗੇ ਤੁਸੀਂ? ਦੇਖੋ, ਰਾਜਨੀਤੀ ਤੇ ਕਦੀ ਵੀ ਗੰਦਲੀ ਨਹੀਂ ਹੁੰਦੀ, ਦੁਨੀਆ ਨੇ ਬਣਾਤੀ ਆ ਇਹ ਕਹਿ ਕੇ ਕਿ ਰਾਜਨੀਤੀ ਨਹੀਂ ਕਰਨੀ ਚਾਹੀਦੀ। ਰਾਜਨੀਤੀ ਤੋਂ ਬਿਨਾਂ ਕੋਈ ਵੀ ਸਮਾਜ ਨਹੀਂ ਚੱਲਦਾ। ਸੋ ਮੌਜੂਦਾ ਸਮੇਂ ਦੀ ਜਿੰਨੀ ਵੀ ਰਾਜਨੀਤੀ ਹੈ, ਘਰ ਤੋਂ ਲੈ ਕੇ ਘਰ ਦੇ ਵਿੱਚ ਵੀ ਰਾਜਨੀਤੀ ਚੱਲਦੀ। ਘਰ ਵੀ ਤਾਂ ਇੱਕ ਬੰਦੇ ਦਾ ਰਾਜ ਹੀ ਹੁੰਦਾ ਹੈ ਨਾ। ਜੇ ਤੁਹਾਡੇ ਘਰ ਵਿੱਚ ਤੁਹਾਡਾ ਰਾਜ ਹੈ, ਮੇਰੇ ਘਰ ਵਿੱਚ ਮੇਰਾ, ਤੁਸੀਂ ਇੱਕ ਨੀਤੀ ਬਣਾ ਕੇ ਚੱਲਦੇ ਹੋ, ਤੁਸੀਂ ਘਰ ਦੇ ਵਿੱਚ ਵੀ ਰਾਜਨੀਤੀ ਕਰਦੇ ਹੋ। ਇਵੇਂ ਜਿਵੇਂ ਸਮਾਜ ਵੱਡਾ ਹੁੰਦਾ ਜਾਂਦਾ, ਘਰ ਵੱਡਾ ਹੁੰਦਾ ਜਾਂਦਾ, ਉੱਥੇ ਵੀ ਰਾਜਨੀਤੀ ਚੱਲਦੀ। ਰਾਜਨੀਤੀ ਨੂੰ ਕਦੇ ਵੀ ਸਮਾਜ ਤੋਂ ਤੋੜਿਆ ਨਹੀਂ ਜਾ ਸਕਦਾ। ਸੋ ਰਾਜਨੀਤੀ ਕਰਨੀ ਚਾਹੀਦੀ ਹੈ, ਨੌਜਵਾਨਾਂ ਨੂੰ ਅੱਗੇ ਆਉਣਾ ਚਾਹੀਦਾ, ਜਿਹੜੇ ਸਵੇਰ ਦੇ ਨੌਜਵਾਨ ਹੈ। ਪਰ ਕਿਹੜੀ ਰਾਜਨੀਤੀ ਕਰਨੀ ਆ ਉਹ ਬਹਿ ਕੇ ਡਿਸਾਈਡ ਕਰਨ ਕਿ ਮੇਨ ਸਟਰੀਮ ਪੋਲੀਟਿਕਸ ਵਾਲੀ ਰਾਜਨੀਤੀ ਕਰਨੀ ਹੈ ਜਾਂ ਸਮਾਜ ਨੂੰ ਸੁਧਾਰਨ ਵਾਲੀ ਕਰਨੀ ਹੈ। ਜੇ ਆਪਾਂ ਮੋਦੀ ਸਰਕਾਰ ਦੀ ਗੱਲ ਕਰੀਏ, ਜਦ ਮੋਦੀ ਸਰਕਾਰ ਆਪਣੇ 2014 'ਚ ਜਦੋਂ ਇਲੈਕਸ਼ਨ ਹੋਣੇ ਸੀ ਤਾਂ ਮਹਿੰਗਾਈ ਦੇ ਉੱਤੇ ਇੰਨਾ ਰੌਲਾ ਰੱਪਾ ਪਾਉਂਦੇ ਸੀ, ਉਹ ਸੜਕਾਂ 'ਤੇ ਆਉਂਦੇ ਸੀ, ਕਦੀ ਕੱਪੜੇ ਉਤਾਰ ਕੇ, ਕਦੀ ਕੁਛ ਕਰਕੇ, ਕਦੀ ਸਿਲੰਡਰ ਗੈਸ ਸਿਰ 'ਤੇ ਰੱਖ ਕੇ, ਕਦੀ ਕੁਛ ਕਰਕੇ। ਤੇ ਪਰ ਹੁਣ ਜਿਹੜਾ ਹੈ, ਜੇ ਮੌਜੂਦਾ ਹਾਲਾਤ ਦੇਖੇ ਜਾਣ ਤਾਂ ਬੀਜੇਪੀ ਦੀ ਸਰਕਾਰ 6-7 ਸਾਲ ਹੋ ਚੁੱਕੇ ਆ, ਤੇ ਉਹੀ ਜਿਹੜਾ ਗੈਸ ਸਿਲੰਡਰ ਆ ਉਹੀ ਇੰਨਾ ਮਹਿੰਗਾ ਹੋਇਆ ਪਿਆ ਜਾਂ ਮਹਿੰਗਾਈ ਇੰਨੀ ਉੱਪਰ ਜਾ ਚੁੱਕੀ ਆ। ਨਹੀਂ, ਮੈਂ ਤਾਂ ਕਹਾਂਗਾ ਕਿ ਭਾਜਪਾ ਸਰਕਾਰ ਦੇ ਵਿੱਚ ਜਿੰਨੇ ਵੀ ਉਹਨਾਂ ਦੇ ਨੇਤਾ ਨੇ, ਸਿਰਫ ਉਹਨਾਂ ਨੂੰ ਛੱਡ ਕੇ ਬਾਕੀ ਸਾਰਾ ਇੰਡੀਆ ਉਹਨਾਂ ਦੇ ਮੁਤਾਬਕ ਪਾਗਲ ਆ, ਜਿਹਨੂੰ ਸਮਝ ਨਹੀਂ ਲੱਗਦੀ ਸਰਕਾਰ ਕੀ ਪਾਲਿਸੀ ਬਣਾਉਂਦੀ ਆ। ਪਹਿਲਾਂ ਇਹ ਡਿਮੋਨੇਟਾਈਜੇਸ਼ਨ ਕੀਤੀ, ਨੋਟਬੰਦੀ ਜਿਹਨੂੰ ਕਹਿੰਦੇ, ਉਹਦੇ ਵਿੱਚ ਸਿਰਫ ਇਹਨਾਂ ਨੂੰ ਸਮਝ ਆਈ ਵੀ ਚੰਗਾ ਕੀ ਆ, ਬਾਕੀ ਸਾਰੀ ਦੁਨੀਆ ਨੂੰ ਨਹੀਂ ਆਈ। GST ਲੈ ਆਏ, ਉਹਦੇ ਵਿੱਚ ਵੀ ਪੈਟਰੋਲ ਡੀਜ਼ਲ ਬਾਹਰ ਕਰਤਾ, ਬਾਕੀ ਚੀਜ਼ਾਂ ਲੈਣ ਦੀਆਂ, ਉਹਦੀ ਵੀ ਫਾਇਦੇ ਇਹਨਾਂ ਨੂੰ ਸਮਝ ਆਏ, ਬਾਕੀ ਕਿਸੇ ਨੂੰ ਸਮਝ ਨਹੀਂ ਆਏ। ਬਿੱਲ ਲਿਆਂਦੇ ਕਿਸਾਨਾਂ ਦੇ, ਫਾਇਦੇ ਸਿਰਫ BJP ਨੂੰ ਸਮਝ ਆਏ ਔਰ ਕਿਸੇ ਨੂੰ ਸਮਝ ਨਹੀਂ। ਸੋ ਇਸ ਦੇਸ਼ ਦੇ ਵਿੱਚ BJP ਦੀ ਭਾਸ਼ਾ ਸਿਰਫ BJP ਨੂੰ ਸਮਝ ਆਉਂਦੀ ਆ, ਔਰ ਉਹਨਾਂ ਦੇ ਮੁਤਾਬਕ ਹੁਣ ਮਹਿੰਗਾਈ ਕੋਈ ਨਹੀਂ ਵਧੀ। ਇਹ ਆਮ ਦੁਨੀਆ ਪਾਗਲ ਆ ਉਹਨਾਂ ਦੀ ਨੌਲੇਜ ਦੇ ਵਿੱਚ। ਸੋ ਜੇ ਅਜੇ ਵੀ ਕਿਸੇ ਨੂੰ ਇਹ ਭੁਲੇਖਾ ਆ ਕਿ BJP ਬਹੁਤ ਵਧੀਆ ਹੈ ਜਾਂ ਬੜਾ ਵਧੀਆ ਕੰਮ ਕਰਦੀ ਪਈ ਆ, ਸੋ ਉਹਦੀ ਤਾਂ ਮੈਂ ਕਹਾਂਗੇ ਉਹਨੂੰ ਆਪਣੀ ਸੋਚ ਜਾਂ ਸਮਝ ਦੇ ਉੱਤੇ ਜਿਹੜਾ ਇੱਕ ਵਾਰੀ ਫੇਰ ਚਾਨਣ ਜਿਹੜਾ ਪਾਉਣਾ ਚਾਹੀਦਾ, ਅੰਦਰ ਆਪਣੇ ਬਹਿ ਕੇ ਝਾਤੀ ਮਾਰਨੀ ਚਾਹੀਦੀ ਹੈ ਕਿ ਉਹ ਕਿੱਧਰ ਨੂੰ ਜਾ ਰਿਹਾ। ਬਾਕੀ ਉਹਨਾਂ ਦਾ ਜਿਹੜਾ ਨੰਗਾ ਚਿੱਠਾ ਸਾਰਿਆਂ ਦਾ ਸਾਰਾ ਆ, ਉਹ ਸਾਰੀ ਦੁਨੀਆ ਦੇ ਸਾਹਮਣੇ ਆ, ਸਮਾਜ ਦੇ ਸਾਹਮਣੇ ਆ, ਔਰ ਇਹ ਦਿਖਦਾ ਪਿਆ ਕਿ ਦੇਸ਼ ਕਿੱਥੋਂ ਕਿੱਥੇ ਆ ਗਿਆ ਆ, ਅਤੇ ਭਾਜਪਾ ਦੇ ਨਾਲ ਰਿਲੇਟਡ ਜਿਹੜੇ ਬੰਦੇ ਨੇ ਉਹ ਕਿੱਥੋਂ ਕਿੱਥੇ ਚਲੇ ਗਏ ਨੇ। ਸੋ ਉਹਨਾਂ ਦੀ ਰਾਜਨੀਤੀ ਦੇ ਬਾਰੇ ਬਹੁਤੀ ਗੱਲ ਮੇਰੇ ਹਿਸਾਬ ਨਾਲ ਕਰਨ ਦੀ ਲੋੜ ਨਹੀਂ। ਹਰ ਬੱਚਾ ਜਾਣਦਾ ਹੈ ਕਿ ਉਹਨਾਂ ਦੀ ਰਾਜਨੀਤੀ ਕਿੰਨੀ ਕੁ ਸਾਰਥਿਕ ਆ। ਪਰ ਜੇ ਗੱਲ ਕੀਤੀ ਜਾਵੇ ਅੰਕੜਿਆਂ ਦੀ, ਅੰਕੜੇ ਤਾਂ ਸਾਰਾ ਕਲੀਅਰ ਕਰਦੇ ਹੁੰਦੇ, ਕਿਸੇ ਦਾ
ਕਿਸੇ ਦੇ ਸਰਕਾਰ ਦੇ ਪੱਖ 'ਚ ਕਹਿਣਾ ਜਾਂ ਨਾ ਪੱਖ 'ਚ ਕਹਿਣਾ ਉਹ ਇੱਕ ਅਲੱਗ ਮੈਟਰ ਹੁੰਦਾ, ਹਰੇਕ ਦਾ ਆਪਣਾ ਆਪਣਾ। ਪਰ ਜਦੋਂ ਕਾਂਗਰਸ ਦੀ ਸਰਕਾਰ ਸੀ, ਇਹ ਗੈਸ ਦੇ ਰੇਟ ਜਿਹੜੇ ਸੀਗੇ 800 900 ਹਜ਼ਾਰ ਤੱਕ ਵੀ ਰਹੇ ਆ, ਪਰ ਉਦੋਂ 300 250 300 400 ਇਦਾਂ ਜਿਹੜੀ ਸਬਸਿਡੀ ਵਾਪਸ ਆਉਂਦੀ ਸੀ। ਪਰ ਜੇ ਹੁਣ ਦੇਖਿਆ ਜਾਵੇ, ਜਿਹੜੀ ਚੀਜ਼ ਨੂੰ ਇਹ ਮੁੱਖ ਰੱਖ ਕੇ ਇਹਨਾਂ ਨੇ ਸਰਕਾਰ ਬਣਾਈ ਆ ਬੀਜੇਪੀ ਨੇ, ਉਹੀ ਜਿਹੜੀ ਹੁਣ ਸਬਸਿਡੀ ਵੀ ਉਹ ਸਿਰਫ 26 ਰੁਪਏ ਪਤਾ ਨਹੀਂ ਕਿੰਨੇ ਪੈਸੇ ਆ ਰਹੇ ਆ। ਬਿਲਕੁਲ ਬਿਲਕੁਲ 860 ਰੁਪਏ ਜਿਹੜਾ ਆ ਉਹ ਸਿਲੰਡਰ ਹੋ ਚੁੱਕਿਆ, ਤਕਰੀਬਨ 900 ਹੀ ਕਹਿ ਲਓ ਤੁਸੀਂ। ਔਰ ਉਹਦੇ ਵਿੱਚ ਜੇ 26 ਰੁਪਏ ਆਉਣ ਵੀ ਡੇ, ਮਤਲਬ 850 ਰੁਪਏ ਨੂੰ ਸਿਲੰਡਰ ਗੈਸ ਦਾ ਮਿਲਦਾ ਪਿਆ ਆ। ਪੈਟਰੋਲ ਜਿਹੜਾ ਉਹ ਕਈ ਸਟੇਟਸ ਦੇ ਵਿੱਚ ਜਿਹੜਾ ਸੈਂਚਰੀ ਮਾਰ ਚੁੱਕਿਆ, 100 ਤੋਂ ਟੱਪ ਚੁੱਕਿਆ। ਡੀਜ਼ਲ ਪੰਜਾਬ ਦੇ ਵਿੱਚ 83 ਰੁਪਏ ਆ, ਪੈਟਰੋਲ 90 91 ਰੁਪਏ ਆ। ਸੋ ਇਹ ਇੱਥੇ ਦੀ ਅੱਛੇ ਦਿਨ ਨੇ। ਸੋ ਜੇ ਇਹ ਅੱਛੇ ਦਿਨ ਨੇ ਤਾਂ ਮੇਰੇ ਸਾਹਮਣੇ ਅੱਛੇ ਦਿਨ ਤਾਂ ਸਿਰਫ ਕੁਝ ਕੁ ਪਰਿਵਾਰਾਂ ਦੇ ਆਏ ਨੇ, ਜਾਂ ਅੰਬਾਨੀ ਪਰਿਵਾਰ ਦੇ ਆ ਗਏ, ਜਾਂ ਅਡਾਨੀ ਦੇ ਆ ਗਏ, ਜਾਂ ਇਹਨਾਂ ਦੇ ਗੁਜਰਾਤ ਦੇ ਕੁਝ ਮੋਦੀਆਂ ਦੇ ਆ ਗਏ ਨੇ। ਸੋ ਉਹਨਾਂ ਦੇ ਅੱਛੇ ਦਿਨ ਆਏ ਨੇ। ਬਾਕੀ ਆਮ ਲੋਕਾਂ ਦਾ ਜਲੂਸ ਨਿਕਲਿਆ ਪਿਆ ਆ। ਸਿਆਲਾਂ ਦੇ ਵਿੱਚ ਵੀ ਉਹਨਾਂ ਦਾ ਮਤਲਬ ਕੱਪੜੇ ਪਾਉਣ ਨੂੰ ਜੀ ਨਹੀਂ ਕਰਦਾ, ਇੰਨੀ ਮਹਿੰਗਾਈ ਆ। ਸੋ ਅੱਗੇ ਗਰਮੀਆਂ ਦੇ ਵਿੱਚ ਤਾਂ ਹੋਰ ਜ਼ਿਆਦਾ ਜਲੂਸ ਨਿਕਲੇਗਾ, ਜਿਸ ਹਿਸਾਬ ਦੇ ਨਾਲ ਮਹਿੰਗਾਈ ਵੱਧਦੀ ਪਈ ਆ। ਔਰ ਜੇਕਰ ਪੰਜਾਬ ਨੂੰ ਜਾਂ ਦੇਸ਼ ਨੂੰ ਬਚਾਉਣਾ ਆ ਤਾਂ ਮੇਰੇ ਹਿਸਾਬ ਨਾਲ ਬੀਜੇਪੀ ਨੂੰ ਸਾਈਡ ਕੀਤੇ ਬਿਨਾਂ ਹੋਰ ਕੋਈ ਚਾਰਾ ਨਹੀਂਗਾ। ਉਹਨਾਂ ਨੂੰ ਪਰੇ ਕਰਨਾ ਚਾਹੀਦਾ, ਜਾਂ ਸਰਕਾਰ ਨੂੰ ਚਾਹੀਦਾ ਕਿ ਆਪਣੀਆਂ ਪਾਲਿਸੀਆਂ ਜਿਹੜੀਆਂ ਉਹ ਠੀਕ ਕਰਨ। ਆਪਣੀ ਦਲ ਖਾਲਸਾ ਦੀ ਕੀ ਰਣਨੀਤੀ ਹੋਊਗੀ ਅੱਗੇ, ਕਿਉਂਕਿ ਹੁਣ ਮੂਹਰੇ ਚੋਣਾਂ ਵੀ ਆਉਣ ਵਾਲੀਆਂ ਆ, ਤੇ ਬਾਕੀ ਕਿਸਾਨੀ ਸੰਘਰਸ਼ ਆ ਜਿਹੜਾ ਇਹ ਵੀ 6 ਮਹੀਨੇ ਤੋਂ ਉੱਪਰ ਟੱਪ ਚੁੱਕਾ ਆ। ਹੁਣ ਕੀ ਦਲ ਖਾਲਸਾ ਦੀ ਆਪਣੀ ਇੱਕ ਨਿੱਜੀ ਤੌਰ 'ਤੇ ਜਿਹੜੀ ਕੀ ਰਣਨੀਤੀ ਰਹੂਗੀ? ਦਲ ਖਾਲਸਾ ਨੇ ਕਦੇ ਵੀ ਚੋਣਾਂ ਨਹੀਂ ਲੜੀਆਂ ਤੇ ਨਾ ਹੀ ਅੱਗੇ ਲੜਨੀਆਂ ਆ। ਇਹ ਸਾਡੀ ਇੱਕ ਪਾਰਟੀ ਪਾਲਿਸੀ ਆ ਹਾਲ ਦੀ ਘੜੀ ਕਿ ਦਲ ਖਾਲਸਾ ਚੋਣਾਂ ਦਾ ਬਾਈਕਾਟ ਕਰਦਾ ਹੈ, ਕਿਉਂਕਿ ਸਾਨੂੰ ਲੱਗਦਾ ਹੈ ਕਿ ਇੱਥੇ ਜਿੰਨੇ ਵੀ ਰਾਜਨੀਤਿਕ ਬਣਦੇ ਨੇ ਚੋਣਾਂ ਦੇ ਥਰੂ, ਉਹ ਸਾਰੇ ਦੇ ਸਾਰੇ ਉਸ ਇੰਡੀਅਨ ਸਿਸਟਮ ਦੇ ਵਿੱਚ ਜਾ ਕੇ ਅਸਿਮੀਲੇਟ ਹੋ ਜਾਂਦੇ ਨੇ, ਔਰ ਕੁਝ ਵੀ ਪੰਜਾਬ ਨੂੰ ਕੱਢ ਕੇ ਨਹੀਂ ਦੇ ਪਾਉਂਦੇ। ਔਰ ਇਸ ਦੀਆਂ ਸਾਡੇ ਕੋਲ ਪਿਛਲੇ 70 75 ਸਾਲ ਦੀਆਂ ਐਗਜ਼ਾਮਪਲਸ ਪਈਆਂ ਆ ਕਿ ਇੰਡੀਅਨ ਸਟੇਟ ਦੇ ਵਿੱਚ ਰਹਿੰਦੇ ਆ MLA ਬਣਾ ਕੇ, MPs ਬਣਾ ਕੇ ਤੁਸੀਂ ਪੰਜਾਬ ਨੂੰ ਕੀ ਦੇ ਲਿਆ, ਜਾਂ ਪੰਜਾਬ ਦੀ ਕਿੰਨੀ ਕੁ ਤਰੱਕੀ ਕਰਾ ਲਈ ਆ। ਸੋ ਉਹ ਸਾਰੀਆਂ ਚੀਜ਼ਾਂ ਸਾਡੇ ਸਾਹਮਣੇ ਆ। ਸਮਾਜ ਦੇ ਵਿੱਚ ਸਾਡੇ ਬੁਰਾਈਆਂ ਵੱਧਦੀਆਂ ਜਾ ਰਹੀਆਂ ਨੇ। ਪੰਜਾਬ ਦੇ ਹੱਕ ਜਿੰਨੇ ਆ ਉਹ ਵੇਖਣ ਨੂੰ ਤੁਹਾਨੂੰ ਲੱਗ ਸਕਦਾ ਹੈ ਕਿ ਸੜਕਾਂ ਚੌੜੀਆਂ ਆ ਗਈਆਂ, ਬਹੁਤ ਤਰੱਕੀ ਹੋ ਗਈ, ਵੱਡੀਆਂ ਵੱਡੀਆਂ ਗੱਡੀਆਂ ਆ ਗਈਆਂ, ਲੋਕਾਂ ਕੋਲ ਬਹੁਤ ਤਰੱਕੀ ਹੋ ਗਈ। ਮੈਂ ਉਸ ਤਰੱਕੀ ਦੀ ਗੱਲ ਨਹੀਂ ਕਰਦਾ ਜਿਹੜੀ ਪੰਜਾਬ ਦੇ ਓਵਰਆਲ ਤਰੱਕੀ ਆ। ਪੰਜਾਬ ਦੇ ਪਾਣੀ ਲੁੱਟ ਲਏ, ਉਹ ਨਹੀਂ ਅਜੇ ਤੱਕ ਮਿਲੇ। ਰਾਜਧਾਨੀ ਲੈ ਗਏ, ਉਹ ਨਹੀਂ ਅਜੇ ਤੱਕ ਮਿਲੀ। ਪੰਜਾਬੀ ਨੂੰ ਖਤਮ ਕਰਨ ਦੇ ਉੱਤੇ ਪੂਰਾ ਜ਼ੋਰ ਲੱਗਾ ਹੋਇਆ ਵਾ। ਹਰ ਥਾਂ 'ਤੇ ਹਿੰਦੀ ਅਤੇ ਇੰਗਲਿਸ਼ ਦਾ ਬੋਲਬਾਲਾ ਕਰਾਇਆ ਜਾ ਰਿਹਾ ਹੈ। ਸੋ ਇਹ ਜਿਹੜੀਆਂ ਓਵਰਆਲ ਗੱਲਾਂ, ਮੈਂ ਉਹਦੀ ਗੱਲ ਕਰਦਾ ਪਿਆ। ਤੁਹਾਡੇ ਕੋਲ ਜਾਂ ਮੇਰੇ ਕੋਲ ਵਧੀਆ ਗੱਡੀ ਹੋ ਸਕਦੀ ਹੈ, ਮੋਟਰਸਾਈਕਲ ਹੋ ਸਕਦਾ, ਘਰ ਹੋ ਸਕਦਾ, ਮੈਂ ਉਸ ਨੂੰ ਇਸ ਤਰੱਕੀ ਦੇ ਵਿੱਚ ਨਹੀਂ ਇਨਵੋਲਵ ਕਰਦਾ ਪਿਆ। ਸੋ ਉਹਦੇ ਵਿੱਚ ਪੰਜਾਬ ਨੂੰ ਇਹਦੇ ਵਿੱਚ ਅਜੇ ਤੱਕ ਕੁਝ ਵੀ ਨਹੀਂ ਮਿਲਿਆ। ਸੋ ਇੰਡੀਅਨ ਸਿਸਟਮ ਦੀ ਇਲੈਕਸ਼ਨ ਦਾ ਜਿਹੜਾ ਦਲ ਖਾਲਸਾ ਪੂਰੀ ਤਰ੍ਹਾਂ ਬਾਈਕਾਟ ਕਰਦਾ ਹੈ, ਔਰ ਸਾਨੂੰ ਲੱਗਦਾ ਹੈ ਕਿ ਸਿਰਫ ਪੰਜਾਬ ਦੀ ਆਜ਼ਾਦੀ ਹੀ ਪੰਜਾਬ ਦੀ ਇੱਕ ਬਿਹਤਰੀ ਦਾ ਹੱਲ ਆ। ਪੰਜਾਬ ਦੇ ਯੂਥ ਨੂੰ ਜਾਂ ਆਪਣੇ ਦੇਸ਼ ਦੇ ਯੂਥ ਨੂੰ ਤੁਸੀਂ ਕੀ ਸੁਨੇਹਾ ਦੇਣਾ ਚਾਹੋਗੇ? ਬਿਲਕੁਲ, ਉਹ ਆਪਣੇ ਮੁੱਦਿਆਂ ਪ੍ਰਤੀ ਜਾਗਰੂਕ ਹੋਣ, ਪੜ੍ਹਨ, ਦੁਨੀਆ ਨੂੰ ਸਮਝਣ, ਰਾਜਨੀਤੀ ਨੂੰ, ਰਾਜਨੀਤੀ ਦੇ ਵਿੱਚ ਆਉਣ। ਕਮਰਿਆਂ ਦੇ ਵਿੱਚ ਬਹਿ ਕੇ ਰਾਜਨੇਤਾਵਾਂ ਨੂੰ ਗਾਲਾਂ ਕੱਢਣ ਦੇ ਨਾਲ ਰਾਜਨੀਤੀ ਜਿਹੜੀ ਆ ਉਹ ਸੁਥਰੀ ਨਹੀਂ ਹੋਣੀ। ਤੁਸੀਂ ਰਾਜਨੀਤੀ ਦੇ ਵਿੱਚ ਆਓ, ਮੈਂ ਫੇਰ ਕਿਹਾ ਰਾਜਨੀਤੀ ਕਿਹੜੀ ਆ ਉਹ ਬਹਿ ਕੇ ਡਿਸਾਈਡ ਕਰਨ ਵਾਲੀ। ਰਾਜਨੀਤੀ ਦਾ ਹਮੇਸ਼ਾ ਇੱਕ ਹੀ ਅਰਥ ਕੱਢ ਲਿਆ ਜਾਂਦਾ, ਵੋਟਾਂ। ਵੋਟਾਂ ਤੋਂ ਬਿਨਾਂ ਵੀ ਰਾਜਨੀਤੀ ਹੁੰਦੀ ਹੈ। ਜਦੋਂ ਵੋਟਾਂ ਨਹੀਂ ਸੀ ਇਸ ਸਮਾਜ ਦੇ ਵਿੱਚ, ਇਸ ਦੁਨੀਆ ਦੇ ਵਿੱਚ, ਕਿ ਉਦੋਂ ਰਾਜਨੀਤੀ ਨਹੀਂ ਸੀ ਚੱਲਦੀ। ਸੋ ਉਹ ਕਿਹੜੀ ਰਾਜਨੀਤੀ ਹੈ, ਕਿਸ ਤਰੀਕੇ ਨਾਲ ਰਾਜਨੀਤੀ ਕਰਨੀ, ਉਹ ਨੌਜਵਾਨ ਨੂੰ ਸੋਚਣ ਦੀ ਲੋੜ ਹੈ। ਇਹਨੂੰ ਸਿਰਫ ਵੋਟਾਂ ਦੇ ਨਾਲ ਨਾ ਜੋੜਿਆ ਜਾਵੇ। ਰਾਜਨੀਤੀ ਦੇ ਵਿੱਚ ਆਉਣ। ਜਿਹੜੇ ਪਰਿਵਾਰਾਂ ਦੀਆਂ ਕੁਝ ਬਣ ਗਏ ਨੇ ਨਾ ਦਬਦਬੇ ਜੇ, ਪੰਜਾਬ ਦੇ ਵਿੱਚ ਇੱਕ ਪਰਿਵਾਰ ਦਾ ਬਣ ਗਿਆ, ਇੰਡੀਆ ਦੇ ਵਿੱਚ ਇੱਕ ਪਰਿਵਾਰ ਦਾ ਬਣ ਗਿਆ, ਔਰ ਈਵਨ ਲੋਕਲ ਲੈਵਲ 'ਤੇ ਤੁਸੀਂ ਵੇਖੋ ਜਿਹੜਾ ਇੱਕ ਵਾਰੀ MLA ਬਣ ਜਾਂਦਾ, MP ਬਣ ਜਾਂਦਾ, ਉਹ ਕਹਿੰਦਾ ਅਗਲੀ ਵਾਰੀ ਮੇਰਾ ਮੁੰਡਾ ਹੀ ਬਣੇ। ਸੋ ਸਰਪੰਚ ਤੱਕ ਵੀ ਗੱਲ ਇੱਦਾਂ ਹੈ ਜੀ, ਜਿਹੜਾ ਇੱਕ ਵਾਰੀ ਸਰਪੰਚ ਬਣ ਜਾਂਦਾ ਉਹ ਕਹਿੰਦਾ ਮੇਰੇ ਘਰੋਂ ਸਰਪੰਚ ਹੀ ਨਾ ਜਾਵੇ। ਸੋ ਉਸ ਚੀਜ਼ ਨੂੰ ਤੋੜਨ ਦੀ ਲੋੜ ਹੈ। ਨੌਜਵਾਨਾਂ ਨੂੰ ਜਿਹੜੇ ਸੂਝਵਾਨ ਸਮਝਦਾਰ ਨੇ ਉਹਨਾਂ ਨੂੰ ਅੱਗੇ ਆਉਣ ਦੀ ਲੋੜ ਆ। ਆਪਣਾ ਫਿਊਚਰ ਹਰ ਇੱਕ ਨੂੰ ਪਿਆਰਾ ਹੁੰਦਾ, ਪਰ ਆਪਣੇ ਫਿਊਚਰ ਦੇ ਨਾਲ ਨਾਲ ਸਮਾਜ ਦਾ ਜਿਹੜਾ ਓਵਰਆਲ ਫਿਊਚਰ ਆ ਉਹਨੂੰ ਵੀ ਧਿਆਨ ਦੇ ਵਿੱਚ ਰੱਖਣਾ ਚਾਹੀਦਾ। ਔਰ ਰਾਜਨੀਤੀ ਦੇ ਵਿੱਚ ਆ ਕੇ ਇਹਨਾਂ ਰਾਜਨੀਤਿਕ ਜਿਹੜੇ ਲੋਕ ਆ ਜਿਹੜੇ ਕਿ ਕਰਪਟ ਹੋ ਚੁੱਕੇ ਨੇ ਉਹਨਾਂ ਨੂੰ ਸਾਈਡ 'ਤੇ ਕਰਨਾ ਚਾਹੀਦਾ ਹੈ। ਦੇਸ਼ ਹਿੱਤ ਵਿੱਚ ਜਾਂ ਪੰਜਾਬ ਦੇ ਹਿੱਤ ਵਿੱਚ ਮੋਦੀ ਸਰਕਾਰ ਨੂੰ ਕੀ ਤੁਸੀਂ ਕਹਿਣਾ ਚਾਹੋਗੇ? ਨਹੀਂ, ਇਹਨਾਂ ਨੂੰ ਤਾਂ ਕੁਝ ਵੀ ਕਹਿਣ ਦਾ ਮੇਰੇ ਹਿਸਾਬ ਨਾਲ ਫਾਇਦਾ ਨਹੀਂ ਗਾ। ਪਿਛਲੇ 8 ਮਹੀਨਿਆਂ ਤੋਂ ਸਾਲ ਹੀ ਉਹ ਚੱਲਿਆ ਤਕਰੀਬਨ, ਕਿਸਾਨ ਰੌਲਾ ਪਾ ਰਹੇ ਨੇ, ਔਰ ਮੋਦੀ ਸਾਹਿਬ ਹੁਣੀ ਚੁੱਪ ਕਰਕੇ ਆਪਣੇ ਕੰਨਾਂ ਦੇ ਉੱਤੇ ਜਿਹੜਾ ਆ ਉਹ ਆਪਣੇ ਜਿਹੜੇ ਵਾਧੇ ਹੋਏ ਵਾਲ ਆ ਉਹਨਾਂ ਨੂੰ ਵਧਾ ਕੇ ਬੈਠੇ ਹੋਏ ਨੇ, ਔਰ ਉਹਨਾਂ ਨੂੰ ਕੁਝ ਵੀ ਸੁਣਾਈ ਨਹੀਂ ਦੇ ਰਿਹਾ। ਸੋ ਇਹੋ ਜਿਹੇ ਲੋਕਾਂ ਨੂੰ ਮੇਰੇ ਹਿਸਾਬ ਨਾਲ ਕੁਝ ਵੀ ਕਹਿਣਾ ਬਣਦਾ ਜਿਹੜਾ ਆ ਉਹ ਹੈ ਨਹੀਂ। ਇਹਨਾਂ ਨੂੰ ਆਪਣੇ ਆਪ 'ਤੇ ਸ਼ਰਮ ਕਰਨੀ ਚਾਹੀਦੀ ਆ। ਇੰਨੇ ਬਜ਼ੁਰਗ, ਬੱਚੇ, ਨੌਜਵਾਨ ਜਿਹੜੇ ਆ ਉਹ ਬਾਰਡਰਾਂ ਦੇ ਉੱਤੇ ਬੈਠੇ ਨੇ ਦਿੱਲੀ ਦੀਆਂ, ਦੇ ਕਿਵੇਂ ਤੰਬੂਆਂ ਦੇ ਵਿੱਚ ਬੈਠੇ ਨੇ। ਮੀਂਹ, ਹਨੇਰੀ, ਠੰਡ ਲੰਘ ਗਈ, ਫਿਰ ਦੁਬਾਰਾ ਗਰਮੀ ਆ ਚੱਲੀ, ਔਰ ਤੁਹਾਨੂੰ ਉਸ ਦੀ ਕੋਈ ਪਰਵਾਹ ਨਹੀਂ। ਇੱਕ ਪਰਿਵਾਰ ਦਾ ਇੱਕ ਬੱਚਾ ਬਿਮਾਰ ਹੋ ਜਾਂਦਾ ਹੈ ਜਾਂ ਜੰਮ ਪੈਂਦਾ, ਨਵਾਂ ਤੁਸੀਂ ਵਧਾਈਆਂ ਦੇਣ ਸੋਸ਼ਲ ਮੀਡੀਆ 'ਤੇ ਤੁਹਾਡੀ ਉਸੇ ਵੇਲੇ ਜਿਹੜੇ ਟਵੀਟ ਹੋਣੇ ਸ਼ੁਰੂ ਹੋ ਜਾਂਦੇ ਆ, ਤੁਸੀਂ ਉਹਨਾਂ ਦੇ ਪਰਿਵਾਰਾਂ ਨੂੰ ਮਿਲਣ ਚਲੇ ਜਾਂਦੇ ਹੋ। ਔਰ ਇੰਨੇ ਲੰਬੇ ਸਮੇਂ ਤੋਂ ਕਿਸਾਨਾਂ ਦੀਆਂ ਤਕਰੀਬਨ 400 ਦੇ ਲਾਗੇ ਮੌਤਾਂ ਹੋ ਚੁੱਕੀਆਂ ਨੇ। ਬੇਸ਼ੱਕ ਉਹ ਨੈਚੁਰਲ ਡੈਥਸ ਹੋ ਸਕਦੀਆਂ ਆ। ਈਵਨ ਉੱਥੇ ਜਦੋਂ ਵਾਇਲੈਂਸ ਹੋਇਆ, ਨਵਰੀਤ ਦੀ ਸ਼ਹਾਦਤ ਹੋ ਚੁੱਕੀ ਆ। ਸੋ ਕਈਆਂ ਨੇ ਨੋਟ ਲਿਖ ਕੇ ਸੁਸਾਈਡ ਕਰ ਲਏ, ਪਰ ਮੋਦੀ ਸਾਹਿਬ ਹੁਣੀ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਜਿਹੜੇ ਨੇ ਉਹ ਸਿਰਫ ਵਿਦੇਸ਼ਾਂ ਵਾਸਤੇ ਬਣੇ ਨੇ।
ਦੇਸ਼ ਵਾਸਤੇ ਨਹੀਂ। ਇੱਥੇ ਦੇ ਲੋਕ ਜੀਣ ਮਰਨ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ। ਬਾਹਰਲੇ ਮੁਲਕਾਂ ਦੇ ਵਿੱਚ ਕਿਹੜੇ ਰੈੱਡ ਕਾਰਪੇਟ ਦੇ ਉੱਤੇ ਤੁਰਨਾ ਇਹਨਾਂ ਨੂੰ ਸਿਰਫ ਇਹੀ ਸਮਝ ਆਉਂਦੀ। ਸੋ ਮੈਂ ਇਹਨਾਂ ਨੂੰ ਕੋਈ ਬਹੁਤੀ ਗੱਲ ਕਹਿਣਾ ਨਹੀਂ ਚਾਹੁੰਦਾ ਕਿ ਇਹਨਾਂ ਨੂੰ ਇਹ ਕਰਨਾ ਚਾਹੀਦਾ ਜਾਂ ਇਹ ਨਹੀਂ। ਲੋਕਾਂ ਨੂੰ ਸਮਝਣਾ ਚਾਹੀਦਾ ਕਿ ਉਹਨਾਂ ਨੇ ਕੀ ਕਰਨਾ ਹੈ। ਮੋਦੀ ਸਰਕਾਰ ਦੇ ਰਾਜ ਵਿੱਚ ਜਿਹੜਾ ਆ ਅੱਛੇ ਦਿਨੇ ਉਹਨਾਂ ਨੂੰ ਕਹਿੰਦੇ ਆ ਵੀ ਜਿਹੜਾ ਇੱਕ ਅੰਨਦਾਤਾ ਆ ਦੇਸ਼ ਦਾ ਉਹ ਸੜਕਾਂ ਤੇ ਬੈਠਾ ਆ, ਤੇ ਜਿਹੜਾ ਬਾਰਡਰਾਂ ਤੇ ਜਵਾਨ ਆ ਉਹ ਸ਼ਹੀਦ ਉੱਥੇ ਹੋ ਰਹੇ ਆ, ਕਿਸਾਨ ਸੜਕਾਂ ਤੇ ਵਿਚਾਰੇ ਇੱਕ ਕਿਸਮ ਦਾ ਕਹੀਏ ਵੀ ਰੋਲ ਹੀ ਰਹੇ ਆ, ਸ਼ਹੀਦ ਹੋ ਰਹੇ ਆ। ਤੇ ਕਿਤੇ ਕਿਤੇ ਇਦਾਂ ਦੀ ਵੀ ਸਥਿਤੀ ਬਣਦੀ ਆ ਵੀ ਕਿਸਾਨ ਤੇ ਜਿਹੜਾ ਜਵਾਨ ਆਮੋ ਸਾਹਮਣੇ ਵੀ ਹੁੰਦੇ ਆ ਜਦੋਂ ਬੈਰੀਗੇਟ ਲਾ ਕੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕਰਦੇ ਆ। ਤੇ ਪਰ ਜਿਹੜੀ ਮੋਦੀ ਸਰਕਾਰ ਆ ਜਾਂ ਇਹਦੇ ਨੁਮਾਇੰਦੇ ਆ ਇਹ ਕਹਿੰਦੇ ਆ ਵੀ ਜੀ ਇਹ ਹੈਗੇ ਅੱਛੇ ਦਿਨ ਸਾਡੇ। ਜੇ ਗੱਲ ਕਰੀਏ ਅਸੀਂ ਖਾਲਸਾ ਰਾਜ ਦੀ ਤੇ ਦਲ ਖਾਲਸਾ ਵੱਲੋਂ ਕੀ ਇਹ ਜਿਹੜੇ ਅੱਛੇ ਦਿਨ ਇਦਾਂ ਦੇ ਹੁੰਦੇ ਉਹ? ਨਹੀਂ, ਇਹ ਤਾਂ ਕਿਸੇ ਨੂੰ ਵੀ ਨਹੀਂ ਪਤਾ ਵੀ ਅੱਛੇ ਦਿਨ ਇਹੋ ਜਿਹੇ ਹੁੰਦੇ ਆ। ਤੇ ਸਿਰਫ ਇੱਕ ਜੁਮਲਾ ਬਣ ਕੇ ਰਹਿ ਗਿਆ ਅੱਛੇ ਦਿਨ ਦਾ। ਹੁਣ ਅੱਛੇ ਦਿਨ ਕਿੱਦਾਂ ਦੇ ਹੁੰਦੇ ਆ ਇਹ ਲੋਕਾਂ ਨੂੰ ਜਾਂ ਇਤਿਹਾਸ ਪੜ੍ਹਨਾ ਚਾਹੀਦਾ ਜਾਂ ਆਪਣਾ ਆਉਣ ਵਾਲਾ ਫਿਊਚਰ ਜਿਹੜਾ ਉਹਨੂੰ ਚਿਤਰਨਾ ਚਾਹੀਦਾ ਮਨਾਂ ਦੇ ਵਿੱਚ ਕਿ ਅੱਛੇ ਦਿਨ ਕਿੱਦਾਂ ਆ ਸਕਦੇ ਆ। ਜੇਬ ਦੇ ਵਿੱਚ ਪੈਸੇ ਆਉਣ ਦੇ ਨਾਲ ਕਦੇ ਅੱਛੇ ਦਿਨ ਨਹੀਂ ਆਉਂਦੇ। ਤੁਹਾਡੀ 60,000 ਰੁਪਈਆ ਤਨਖਾਹ ਆ ਜੇ ਤੇ 200 ਰੁਪਈਆ ਪੈਟਰੋਲ ਦਾ ਦਾਮ ਹੋ ਜੇ ਇਹਨੂੰ ਤਾਂ ਅੱਛੇ ਦਿਨ ਕਹਿ ਦੋਗੇ। ਸੋ ਮਤਲਬ ਭਾਵੇਂ 20,000 ਹੀ ਹੋਵੇ ਪਰ ਸਮਾਜ ਦੇ ਵਿੱਚ ਹਾਰਮੋਨੀ ਇੰਨੀ ਕੁ ਚਾਹੀਦੀ ਹੈ ਕਿ ਬੰਦੇ ਦਾ 20,000 ਦੇ ਵਿੱਚ ਵਧੀਆ ਗੁਜ਼ਾਰਾ ਹੁੰਦਾ ਹੋਵੇ। ਤਨਖਾਹ ਲੱਖਾਂ ਹੋਣ ਜਾਣ ਦੇ ਨਾਲ ਤੇ ਮਹਿੰਗਾਈ ਸ਼ਿਖਰਾਂ ਨੂੰ ਛੂਹ ਜਾਣ ਨੂੰ ਅੱਛੇ ਦਿਨ ਨਹੀਂ ਕਿਹਾ ਜਾਂਦਾ। ਸੋ ਇਹ ਗੱਲਾਂ ਸਾਡੇ ਲੋਕਾਂ ਨੂੰ ਸਮਝਣੀਆਂ ਚਾਹੀਦੀਆਂ। ਚੌੜੀਆਂ ਸੜਕਾਂ ਜਿਹੜੀਆਂ ਆ ਉਹ ਬਣ ਜਾਣ ਠੀਕ ਆ, ਪਰ ਜੇ ਉਹਨਾਂ ਸੜਕਾਂ ਦੇ ਉੱਤੇ ਬਹਿ ਕੇ ਤੁਹਾਨੂੰ ਧਰਨੇ ਦੇਣੇ ਪੈ ਰਹੇ ਆ ਤਾਂ ਫਿਰ ਕਾਹਦੀ ਤਰੱਕੀ ਹੈ ਜੀ ਸਾਡੀ? ਕਿਸਾਨਾਂ ਨੂੰ ਕਦੇ ਗੰਨੇ ਦੇ ਪੈਸੇ ਲਾਉਣ ਲਈ ਸੜਕਾਂ ਬੰਦ ਕਰਨੀਆਂ ਪੈਂਦੀਆਂ ਚੌੜੀਆਂ ਚੌੜੀਆਂ। ਫਿਰ ਦੱਸੋ ਜੀ ਇਹ ਤਰੱਕੀ ਕਾਹਦੀ ਹੈ? ਤਰੱਕੀ ਅਸੀਂ ਧਰਨੇ ਲਾਉਣ ਲਈ ਥੋੜ੍ਹੀ ਬਣਾਈ ਆ। ਸੋ ਤਰੱਕੀ ਤਾਂ ਹੋਣੀ ਚਾਹੀਦੀ ਹੈ ਵੀ ਨੋਰਮਲੀ ਜ਼ਿੰਦਗੀ ਚੱਲੇ, ਦੁਨੀਆ ਸੁਖੀ ਹੋਵੇ। ਸੋ ਉਹ ਸੁਖੀ ਹੋਣ ਦੇ ਲਈ ਦੁਨੀਆ ਨੂੰ ਜਿਹੜਾ ਆ ਇਹਨਾਂ ਰਾਜਨੇਤਾਵਾਂ ਤੋਂ ਖਹਿੜਾ ਛਡਾਉਣਾ ਪਊਗਾ। ਪੰਜਾਬ ਨੂੰ ਆਪਣਾ ਇੱਕ ਅਲੱਗ ਜਿਹੜਾ ਰਾਹ ਆ ਅਖਤਿਆਰ ਕਰਨਾ ਪਊਗਾ ਔਰ ਸਮਝਣਾ ਪਊਗਾ ਗੱਲ ਨੂੰ। ਦੁਨੀਆ ਨੂੰ ਸਮਝ ਹੈ ਨਹੀਂ ਲੋਕਾਂ ਨੂੰ, ਔਰ ਐਵੇਂ ਬਿਨਾਂ ਵਜ੍ਹਾ ਤੋਂ ਹਰ ਚੀਜ਼ ਨੂੰ ਕੱਟੀ ਜਾਣਗੇ। ਆਹ ਵੀ ਨਹੀਂ ਚਾਹੀਦਾ, ਉਹ ਵੀ ਨਹੀਂ ਚਾਹੀਦਾ, ਧਰਮ ਆਧਾਰ ਨਹੀਂ ਚਾਹੀਦਾ, ਇਹਦੇ ਤਾਂ ਨਹੀਂ ਚਾਹੀਦਾ। ਸੋ ਪਹਿਲਾਂ ਇਹ ਤਾਂ ਦੱਸੋ ਧਰਮ ਦੇ ਵਿੱਚ ਮਾੜਾ ਕੀ ਹੈ ਜਾਂ ਕਿਸ ਧਰਮ ਦੀ ਗੱਲ ਹੋ ਰਹੀ ਹੈ, ਇਹ ਚੀਜ਼ ਨੂੰ ਸਮਝਣ ਦੀ ਲੋੜ ਹੈ। ਸੋ ਜੇ ਕਿਸੇ ਨੂੰ ਇਹ ਲੱਗਦਾ ਕਿ ਸਿੱਖ ਧਰਮ ਵੀ ਮਾੜਾ ਆ ਜਾਂ ਬਾਕੀ ਧਰਮ ਵੀ ਮਾੜੇ ਨੇ, ਉਹਨੂੰ ਆਪਣਾ ਜਿਹੜਾ ਮਾਨਸਿਕ ਸੰਤੁਲਨ ਠੀਕ ਕਰਨਾ ਚਾਹੀਦਾ ਹੈ। ਜਿਹੜੇ ਬੰਦੇ ਨੇ ਕਦੀ ਉੱਠ ਕੇ ਇੱਕ ਵਾਰੀ ਵਾਹਿਗੁਰੂ ਨੂੰ ਕਿਹਾ ਹੁੰਦਾ ਸੜਕ ਦੇ ਉੱਤੇ ਸ਼ਰੇਆਮ ਮਾਈਕ ਲਾ ਕੇ ਭੰਡਣ ਡਿਆ ਹੁੰਦਾ ਕਿ ਧਰਮ ਆਧਾਰਿਤ ਰਾਜ ਨਹੀਂ ਚਾਹੀਦਾ। ਸੋ ਬਿਨਾਂ ਧਰਮ ਵਾਲਿਆਂ ਦਾ ਫਿਰ ਤੁਸੀਂ ਲੈ ਲਓ। ਧਰਮ ਤੋਂ ਮੇਰਾ ਮਤਲਬ ਵੀ ਉਹ ਮੰਨਦੇ ਨੇ ਕਿ ਉਹ ਧਰਮ ਆ, ਪਰ ਉਹ ਧਾਰਮਿਕ ਬੰਦੇ ਹੈ ਕੋਈ ਨਹੀਂ। ਧਾਰਮਿਕ ਬੰਦਿਆਂ ਦਾ ਜਿਨ੍ਹਾਂ ਨੂੰ ਰਾਜਨੀਤਿਕ ਸਮਝ ਹੋਵੇ ਉਹਨਾਂ ਦਾ ਰਾਜ ਹੋਣਾ ਚਾਹੀਦਾ। ਧਰਮ ਦਾ ਮਖੌਟਾ ਪਾ ਕੇ ਦੁਨੀਆ ਨੂੰ ਲੜਾਉਣ ਵਾਲਿਆਂ ਦਾ ਨਹੀਂ। ਇਹ ਬਹੁਤ ਬਹੁਤ ਧੰਨਵਾਦ ਜੀ। ਇਹ ਸਨ ਸਾਡੇ ਨਾਲ ਪਰਮਜੀਤ ਸਿੰਘ ਮੰਡ ਜੀ, ਦਲ ਖਾਲਸਾ ਯੂਥ ਵਿੰਗ ਦੇ ਪ੍ਰੈਜ਼ੀਡੈਂਟ। ਸਟੈਲਨ ਨਿਊਜ਼ ਲਈ ਹਰਪਾਲ ਲਾਡਾ ਦੇ ਨਾਲ ਕੈਮਰਾਮੈਨ ਜਤਿੰਦਰ ਪ੍ਰਿੰਸ ਦੀ ਰਿਪੋਰਟ। An excellent coaching point in IELTS and spoken English. Also expert in study and visitor visa. Government approved smart study group. Session Chowk, Hoshiarpur.